ਬਿਲ ਆਫ ਲੇਡਿੰਗ ਨੂੰ ਕਿਵੇਂ ਤਿਆਰ ਕਰਨਾ ਹੈ। ਲੇਟੈਸਟ ਅਪਡੇਟ ਦੇ ਲਈ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਓ। ਬਿਲ ਆਫ ਲੇਡਿੰਗ ਨੂੰ ਕਿਵੇਂ ਤਿਆਰ ਕਰਨਾ ਹੈ। ਇਹ ਪੇਸ਼ਕਾਰੀ JBS ਅਕੈਡਮੀ ਦੁਆਰਾ ਤਿਆਰ ਕੀਤਾ ਗਿਆ ਇੱਕ ਟਿਊਟੋਰੀਅਲ ਹੈ ਜੋ ਉਪਭੋਗਤਾਵਾਂ ਨੂੰ ਬਿਲ ਆਫ ਲੇਡਿੰਗ ਤਿਆਰ ਕਰਨ ਦੀਆਂ ਬਾਰੀਕੀਆਂ ਸਿੱਖਣ ਵਿੱਚ ਮਦਦ ਕਰਦਾ ਹੈ। ਇਹ ਆਮ ਦਿਸ਼ਾ ਨਿਰਦੇਸ਼ ਹਨ ਅਤੇ ਵਿਸ਼ੇਸ਼ ਵੇਰਵੇ ਭੂਗੋਲਿਕ ਜਾਂ ਕਾਨੂੰਨੀ ਲੋੜਾਂ ਦੇ ਕਾਰਨ ਵੱਖ-ਵੱਖ ਹੋ ਸਕਦੇ ਹਨ। ਬਿਲ ਆਫ ਲੇਡਿੰਗ ਕੈਰੀਅਰ ਦੁਆਰਾ ਸ਼ਿਪਰ ਨੂੰ ਜਾਰੀ ਕੀਤਾ ਗਿਆ ਇੱਕ ਕਾਨੂੰਨੀ ਦਸਤਾਵੇਜ਼ ਹੈ ਜੋ ਲਿਜਾਏ ਜਾ ਰਹੇ ਸਮਾਨ ਦੀ ਕਿਸਮ, ਮਾਤਰਾ ਅਤੇ ਮੰਜ਼ਿਲ ਦਾ ਵੇਰਵਾ ਦਿੰਦਾ ਹੈ। ਬਿਲ ਆਫ ਲੇਡਿੰਗ ਸ਼ਿਪਮੈਂਟ ਰਸੀਦ ਵਜੋਂ ਵੀ ਕੰਮ ਕਰਦਾ ਹੈ ਜਦੋਂ ਕੈਰੀਅਰ ਇੱਕ ਪੂਰਵ ਨਿਰਧਾਰਤ ਮੰਜ਼ਿਲ ਤੇ ਮਾਲ ਡਿਲੀਵਰ ਕਰਦਾ ਹੈ। ਜੇਕਰ ਤੁਸੀਂ ਇੱਕ ਨਿਰਯਾਤਕ ਹੋ ਜਾਂ ਜੇਕਰ ਤੁਸੀਂ ਵਰਤਮਾਨ ਵਿੱਚ ਲੌਜਿਸਟਿਕ ਖੇਤਰ ਵਿੱਚ ਨੌਕਰੀ ਕਰਦੇ ਹੋ ਤਾਂ ਇਹ ਵੀਡੀਓ ਯਕੀਨੀ ਤੌਰ ਤੇ ਤੁਹਾਡੀ ਮਦਦ ਕਰੇਗਾ। ਬਿਲ ਆਫ ਲੇਡਿੰਗ ਵੱਖ-ਵੱਖ ਵੇਰਵਿਆਂ ਦੀ ਰੂਪਰੇਖਾ ਦਿੰਦਾ ਹੈ ਜੋ ਮਾਲ ਭੇਜਣ ਲਈ ਜ਼ਰੂਰੀ ਹਨ। ਸ਼ਿਪਮੈਂਟ ਵਿੱਚ ਸ਼ਾਮਿਲ ਧਿਰਾਂ ਸਮੇਤ ਸ਼ਿਪਰ ਅਤੇ ਭੇਜਣ ਵਾਲਾ, ਕੈਰੀਅਰ ਜਿਸ ਨੇ ਬਿਲ ਆਫ ਲੇਡਿੰਗ ਜਾਰੀ ਕੀਤਾ, ਬਿੰਦੂ ਅਤੇ ਮੂਲ ਦੇਸ਼ ਅਤੇ ਰਿਲੀਜ਼ ਏਜੰਟ ਜੋ ਤੁਹਾਡੀ ਸ਼ਿਪਮੈਂਟ ਨੂੰ ਸੰਭਾਲਦਾ ਹੈ ਜਦੋਂ ਇਹ ਆਪਣੀ ਮੰਜ਼ਿਲ ਤੇ ਪਹੁੰਚਦਾ ਹੈ, ਸਾਰੇ ਬਿਲ ਆਫ ਲੇਡਿੰਗ ਤੇ ਸੂਚੀਬੱਧ ਹਨ। ਬਿਲ ਆਫ ਲੇਡਿੰਗ ਦਾ ਫਾਰਮੈਟ ਸਾਰੇ ਕੈਰੀਅਰਾਂ ਨਾਲ ਘੱਟ ਜਾਂ ਇੱਕੋ ਜਿਹਾ ਹੈ। ਫਰਕ ਵੱਖ-ਵੱਖ ਰੰਗਾਂ ਅਤੇ ਵਰਤੀ ਗਈ ਸਟੇਸ਼ਨਰੀ ਦਾ ਹੈ। ਬਿਲ ਆਫ ਲੇਡਿੰਗ ਤਿਆਰ ਕਰਦੇ ਸਮੇਂ ਕਿਰਪਾ ਕਰਕੇ ਇਹਨਾਂ ਦਿਸ਼ਾ ਨਿਰਦੇਸ਼ਾਂ ਨੂੰ ਯਾਦ ਰੱਖੋ। ਵੇਰਵਿਆਂ ਨੂੰ ਭਰਨ ਲਈ ਕੁਝ ਜ਼ਰੂਰੀ ਦਸਤਾਵੇਜ਼ ਆਪਣੇ ਕੋਲ ਰੱਖੋ। ਪਹਿਲਾ, ਚਲਾਨ। ਦੂਸਰਾ, ਪੈਕਿੰਗ ਸੂਚੀ। ਤੀਸਰਾ, ਬੁਕਿੰਗ ਆਰਡਰ ਜਾਂ ਬੁਕਿੰਗ ਵੇਰਵੇ। ਆਓ ਸ਼ੁਰੂ ਕਰੀਏ। ਭੇਜਣ ਵਾਲਾ IEC ਆਯਾਤ ਨਿਰਯਾਤ ਕੋਡ। ਰਜਿਸਟ੍ਰੇਸ਼ਨ ਦੇ ਅਨੁਸਾਰ ਸ਼ਿਪਰ ਦੇ ਵੇਰਵੇ ਜੋ ਇਨਵੌਇਸ ਤੇ ਦਿੱਤੇ ਵੇਰਵਿਆਂ ਨਾਲ ਵੀ ਮੇਲ ਖਾਂਦਾ ਹੋਣਾ ਚਾਹੀਦਾ ਹੈ, ਇੱਥੇ ਦਾਖਲ ਕੀਤਾ ਜਾਣਾ ਚਾਹੀਦਾ ਹੈ। ਕਿਰਪਾ ਕਰਕੇ ਇਹ ਯਕੀਨੀ ਬਣਾਓ ਕਿ ਨਿਰਯਾਤਕ ਦੇ ਸਾਰੇ ਸੰਪਰਕ ਵੇਰਵੇ, ਐਕਸਪੋਰਟਰ ਦਾ ਨਾਮ ਅਤੇ ਪਤਾ, ਪਿੰਨ ਕੋਡ, ਫੋਨ ਨੰਬਰ ਅਤੇ ਈਮੇਲ ID ਸਹੀ ਤਰ੍ਹਾਂ ਦਰਜ ਕੀਤੀ ਗਈ ਹੈ। ਸ਼ਿਪਰ ਦੇ ਫੋਨ ਨੰਬਰ ਅਤੇ ਈਮੇਲ ਪਤੇ ਦਾ ਜ਼ਿਕਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਇੱਕ ਜ਼ਰੂਰੀ ਖੇਤਰ ਹੈ। ਭੇਜਣ ਵਾਲਾ। ਇੱਥੇ ਨਿਰਯਾਤ ਇਨਵੌਇਸ ਦੇ ਅਨੁਸਾਰ ਆਯਾਤਕਰਤਾ ਦੇ ਵੇਰਵੇ ਦਰਜ ਕਰੋ। ਕਿਰਪਾ ਕਰਕੇ ਇਹ ਸੁਨਿਸ਼ਚਿਤ ਕਰੋ ਕਿ ਆਯਾਤਕਰਤਾ ਦੇ ਸਾਰੇ ਸੰਪਰਕ ਵੇਰਵੇ, ਆਯਾਤਕਰਤਾ ਦਾ ਨਾਮ ਅਤੇ ਪਤਾ, ਪਿੰਨ ਕੋਡ, ਫੋਨ ਨੰਬਰ ਅਤੇ ਈਮੇਲ ID, ਭੇਜਣ ਵਾਲੇ ਦੇ ਫੋਨ ਨੰਬਰ ਅਤੇ ਈਮੇਲ ਪਤੇ ਦਾ ਜ਼ਿਕਰ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਹ ਇੱਕ ਲਾਜ਼ਮੀ ਖੇਤਰ ਹੈ। ਜਹਾਜ਼ ਦਾ ਨਾਮ। ਜਹਾਜ਼ ਦਾ ਨਾਮ ਬੁਕਿੰਗ ਆਰਡਰ ਵਿੱਚ ਉਪਲਬਧ ਹੈ। ਕਿਰਪਾ ਕਰਕੇ ਇੱਥੇ ਬੁਕਿੰਗ ਆਰਡਰ ਵਿੱਚ ਦਰਸਾਏ ਜਹਾਜ਼ ਦਾ ਨਾਮ ਲਿਖੋ। ਯਾਤਰਾ ਨੰਬਰ। ਯਾਤਰਾ ਦਾ ਨੰਬਰ ਬੁਕਿੰਗ ਆਰਡਰ ਵਿੱਚ ਉਪਲਬਧ ਹੈ। ਕਿਰਪਾ ਕਰਕੇ ਇੱਥੇ ਬੁਕਿੰਗ ਆਰਡਰ ਵਿੱਚ ਦੱਸੇ ਗਏ ਵੌਇਸ ਨੰਬਰ ਲਿਖੋ। ਪੋਰਟ ਆਫ ਲੇਡਿੰਗ। ਪੋਰਟ ਆਫ ਲੇਡਿੰਗ ਦਾ ਵੇਰਵਾ ਚਲਾਨ ਵਿੱਚ ਦਿੱਤਾ ਜਾਵੇਗਾ। ਤੁਸੀਂ ਬੁਕਿੰਗ ਆਰਡਰ ਤੋਂ ਵੀ ਵੇਰਵੇ ਪ੍ਰਾਪਤ ਕਰੋਗੇ। ਇੱਥੇ ਕਿਰਪਾ ਕਰਕੇ ਲੋਡਿੰਗ ਦਾ ਵੇਰਵਾ ਦਰਜ ਕਰੋ ਜਿੱਥੇ ਸ਼ਿਪਮੈਂਟ ਲੋਡ ਕੀਤੀ ਜਾਣੀ ਹੈ। ਪੋਰਟ ਆਫ ਡਿਸਚਾਰਜ। ਪੋਰਟ ਆਫ ਡਿਸਚਾਰਜ ਦਾ ਵੇਰਵਾ ਚਲਾਨ ਵਿੱਚ ਦਿੱਤਾ ਜਾਵੇਗਾ। ਜੇਕਰ ਇਨਵੌਇਸ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਹੈ ਤਾਂ ਤੁਹਾਨੂੰ ਇਸ ਦਾ ਵੇਰਵਾ ਬੁਕਿੰਗ ਆਰਡਰ ਤੋਂ ਵੀ ਮਿਲੇਗਾ। ਇੱਥੇ ਕਿਰਪਾ ਕਰਕੇ ਡਿਸਚਾਰਜ ਤੇ ਪੋਰਟ ਦਾ ਵੇਰਵਾ ਦਰਜ ਕਰੋ ਜਿੱਥੋਂ ਸ਼ਿਪਮੈਂਟ ਨੂੰ ਡਿਸਚਾਰਜ ਕੀਤਾ ਜਾਣਾ ਹੈ। ਸਟੈਂਡਰਡ ਕੈਰੀਅਰ ਅਲਫਾ ਕੋਡ SCAC। SCAC ਇੱਕ ਵਿਲੱਖਣ 2 ਤੋਂ 4 ਅੱਖਰਾਂ ਵਾਲਾ ਕੋਡ ਹੈ ਜੋ ਆਵਾਜਾਈ ਕੰਪਨੀ ਦੀ ਪਛਾਣ ਕਰਨ ਲਈ ਵਰਤਿਆ ਜਾਂਦਾ ਹੈ। ਇਸ ਕੋਡ ਨੂੰ ਹਵਾਲਾ ਨੰਬਰ ਵੀ ਕਿਹਾ ਜਾਂਦਾ ਹੈ ਅਤੇ ਇਹ ਕੋਡ ਬੁਕਿੰਗ ਆਰਡਰ ਜਾਂ ਬੁਕਿੰਗ ID ਤੇ ਉਪਲਬਧ ਹੈ। ਕਿਰਪਾ ਕਰਕੇ ਇੱਥੇ ਬੁਕਿੰਗ ਆਰਡਰ ਤੋਂ SCAC ਕੋਡ ਦਾ ਜ਼ਿਕਰ ਕਰੋ। BL ਨੰਬਰ। ਜ਼ਿਆਦਾਤਰ ਮਾਮਲਿਆਂ ਵਿੱਚ ਬੁਕਿੰਗ ਆਰਡਰ ਤੇ BL ਨੰਬਰ ਉਪਲਬਧ ਹੁੰਦਾ ਹੈ। ਜੇਕਰ ਨਹੀਂ ਤਾਂ ਕਿਰਪਾ ਕਰਕੇ ਕੈਰੀਅਰ ਨੂੰ ਪੁੱਛੋ।
ਕਿਰਪਾ ਕਰਕੇ ਇੱਥੇ BL ਨੰਬਰ ਦਰਜ ਕਰੋ। ਬੁਕਿੰਗ ਨੰਬਰ ਬੁਕਿੰਗ ਆਰਡਰ ਤੇ ਉਪਲਬਧ ਹੈ। ਕਿਰਪਾ ਕਰਕੇ ਬੁਕਿੰਗ ਨੰਬਰ ਦਰਜ ਕਰੋ। ਐਕਸਪੋਰਟ ਰੈਫਰੈਂਸ ਇਨਵੌਇਸ ਨੰਬਰ ਜਾਂ ਬੁਕਿੰਗ ਨੰਬਰ ਐਕਸਪੋਰਟ ਰੈਫਰੈਂਸ ਵਜੋਂ ਲਿਆ ਜਾ ਸਕਦਾ ਹੈ। ਕਿਰਪਾ ਕਰਕੇ ਇੱਥੇ ਉਹੀ ਲਿਖੋ। ਸਰਵਿਸ ਕੰਟਰੈਕਟ SVC ਕੰਟਰੈਕਟ ਜੇਕਰ ਸ਼ਿਪਮੈਂਟ ਸੇਵਾ ਇਕਰਾਰਨਾਮੇ ਦੇ ਅਧੀਨ ਹੈ ਤਾਂ ਕਿਰਪਾ ਕਰਕੇ ਇੱਥੇ ਨੰਬਰ ਲਿਖੋ ਜਾਂ ਖਾਲੀ ਛੱਡੋ। ਆਨਵਰਡ ਇਨਲੈਂਡ ਰੂਟਿੰਗ ਜੇਕਰ ਲੋੜ ਹੋਵੇ ਤਾਂ ਇਸ ਦਾ ਜ਼ਿਕਰ ਬੁਕਿੰਗ ਆਰਡਰ ਵਿੱਚ ਕੀਤਾ ਜਾਵੇਗਾ। ਮੰਨ ਲਓ ਕਿ ਇੱਕ ਇਨਲੈਂਡ ਪੁਆਇੰਟ ਹੈ ਜੋ ਕਿ ਇੱਕ ਸਮੁੰਦਰੀ ਜਹਾਜ਼ ਦੁਆਰਾ ਮੇਨਲੈਂਡ ਪੋਰਟ ਨਾਲ ਜੁੜਿਆ ਹੋਇਆ ਹੈ। ਉਸ ਜਹਾਜ਼ ਦਾ ਨਾਮ ਇੱਥੇ ਦਿਖਾਇਆ ਗਿਆ ਹੈ। ਬਹੁਤੀ ਵਾਰ ਇਹ ਖਾਲੀ ਹੈ। ਖਾਸ ਮਾਮਲਿਆਂ ਵਿੱਚ ਕਿਰਪਾ ਕਰਕੇ ਆਨਵਰਡ ਇਨਲੈਂਡ ਰੂਟਿੰਗ ਬਾਰੇ ਵੇਰਵੇ ਦਾ ਜ਼ਿਕਰ ਕਰੋ। ਨੋਟੀਫਾਈ ਪਾਰਟੀ ਜੇਕਰ ਨਿਰਯਾਤ ਇਨਵੌਇਸ ਦੇ ਅਨੁਸਾਰ ਆਯਾਤਕਰਤਾ ਤੋਂ ਵੱਖਰਾ ਹੈ ਤਾਂ ਸੂਚਿਤ ਪਾਰਟੀ ਦੇ ਵੇਰਵੇ ਦਰਜ ਕਰੋ। ਤੁਸੀਂ ਸ਼ਿਪਮੈਂਟ ਦੇ ਪ੍ਰਾਪਤਕਰਤਾ ਲਈ ਪੂਰੀ ਜਾਣਕਾਰੀ ਭਰਦੇ ਹੋ ਜੇਕਰ ਭੇਜਣ ਵਾਲੇ ਤੋਂ ਵੱਖਰਾ ਹੈ ਅਤੇ ਕਿਸੇ ਹੋਰ ਏਜੰਟ ਜਾਂ ਤੀਜੀ ਧਿਰ ਦੁਆਰਾ ਲਿਆ ਜਾਵੇਗਾ। ਉਹਨਾਂ ਦੇ ਸੰਪਰਕ ਵੇਰਵਿਆਂ ਦਾ ਜ਼ਿਕਰ ਕਰਨਾ ਯਕੀਨੀ ਬਣਾਓ। ਨਾਮ, ਪਤਾ, ਫੋਨ ਨੰਬਰ, ਈਮੇਲ ਪਤਾ, ਪਿਨ ਕੋਡ ਤਾਂ ਜੋ ਸ਼ਿਪਿੰਗ ਏਜੰਟ ਜ਼ਿਕਰ ਕੀਤੀ ਪਾਰਟੀ ਨਾਲ ਸੰਪਰਕ ਕਰ ਸਕੇ। ਰਸੀਦ ਦਾ ਸਥਾਨ ਸਿਰਫ ਉਦੋਂ ਲਾਗੂ ਹੁੰਦਾ ਹੈ ਜਦੋਂ ਦਸਤਾਵੇਜ਼ ਮਲਟੀ ਮਾਡਲ ਟਰਾਂਸਪੋਰਟ BL ਵਜੋਂ ਵਰਤਿਆ ਜਾਂਦਾ ਹੈ। ਕਿਰਪਾ ਕਰਕੇ ਇੱਥੇ ਐਕਸਪੋਰਟ ਇਨਵੌਇਸ ਤੋਂ ਰਸੀਦ ਦੇ ਪੋਰਟ ਦੇ ਵੇਰਵੇ ਦਰਜ ਕਰੋ। ਰਸੀਦ ਦਾ ਸਥਾਨ ਕਾਲਮ ਉਸ ਥਾਂ ਨਾਲ ਭਰਿਆ ਜਾਣਾ ਚਾਹੀਦਾ ਹੈ ਜਿੱਥੇ ਸ਼ਿਪਰ ਦੁਆਰਾ ਜਾਂ ਸ਼ਿਪਰਸ ਫਰੇਟ ਫਾਰਵਰਡਰ ਦੁਆਰਾ ਕੈਰੀਅਰ ਸ਼ਿਪਿੰਗ ਲਾਈਨ ਨੂੰ ਮਾਲ ਸੌਂਪਿਆ ਜਾਂਦਾ ਹੈ। ਉਦਾਹਰਣ ਨਾਵਾ ਸ਼ੇਵਾ। ਇਹ ਦੱਸਣਾ ਯਕੀਨੀ ਬਣਾਓ ਕਿ ਕੀ ਭਾੜਾ ਇਕੱਠਾ ਆਧਾਰ ਤੇ ਹੈ ਜਾਂ ਪ੍ਰੀਪੇਡ ਆਧਾਰ ਤੇ। ਇਹ ਦਰਸਾਉਂਦਾ ਹੈ ਕਿ ਆਵਾਜਾਈ ਦਾ ਭੁਗਤਾਨ ਕਿੱਥੇ ਕੀਤਾ ਜਾਵੇਗਾ, ਮੂਲ ਜਾਂ ਮੰਜ਼ਿਲ ਤੇ। ਪ੍ਰੀਪੇਡ ਦਾ ਮਤਲਬ ਇਹ ਨਹੀਂ ਹੈ ਕਿ ਭਾੜੇ ਦਾ ਭੁਗਤਾਨ ਪਹਿਲਾਂ ਹੀ ਕੀਤਾ ਗਿਆ ਹੈ। ਇਸ ਦਾ ਸਿਰਫ ਮਤਲਬ ਇਹ ਹੈ ਕਿ ਇਸ ਦਾ ਭੁਗਤਾਨ ਮੂਲ ਰੂਪ ਵਿੱਚ ਕੀਤਾ ਜਾਵੇਗਾ। ਡਿਲੀਵਰੀ ਦਾ ਸਥਾਨ ਸਿਰਫ ਉਦੋਂ ਲਾਗੂ ਹੁੰਦਾ ਹੈ ਜਦੋਂ ਦਸਤਾਵੇਜ਼ ਮਲਟੀ ਮਾਡਲ ਟਰਾਂਸਪੋਰਟ BL ਵਜੋਂ ਵਰਤਿਆ ਜਾਂਦਾ ਹੈ। ਕਿਰਪਾ ਕਰਕੇ ਇੱਥੇ ਐਕਸਪੋਰਟ ਇਨਵੌਇਸ ਤੋਂ ਡਿਲੀਵਰੀ ਦੇ ਸਥਾਨ ਦਾ ਜ਼ਿਕਰ ਕਰੋ। ਕਿਰਪਾ ਕਰਕੇ ਦੁਬਾਰਾ ਜਾਂਚ ਕਰੋ ਕਿ ਬੁਕਿੰਗ ਆਰਡਰ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਇਹ ਕੰਟੇਨਰ ਜਾਂ ਮਾਲ ਦੀ ਅੰਤਿਮ ਮੰਜ਼ਿਲ ਹੈ। ਜੇਕਰ ਇਹ ਖੇਤਰ ਭਰਿਆ ਹੋਇਆ ਹੈ ਤਾਂ ਇਸ ਦਾ ਮਤਲਬ ਹੈ ਕਿ ਕੈਰੀਅਰ ਨੇ ਕੰਟੇਨਰ ਜਾਂ ਮਾਲ ਨੂੰ ਡਿਸਚਾਰਜ ਦੀ ਬੰਦਰਗਾਹ ਤੋਂ ਡਿਲੀਵਰੀ ਦੇ ਸਥਾਨ ਤੱਕ ਲਿਜਾਣ ਦਾ ਕੰਮ ਕੀਤਾ ਹੈ। ਇਸ ਤਰ੍ਹਾਂ ਇਸ ਸਥਾਨ ਤੱਕ ਮਾਲ ਦੀ ਹਾਲਤ ਲਈ ਕੈਰੀਅਰ ਜ਼ਿੰਮੇਵਾਰ ਹੈ। ਪੈਕੇਜਾਂ ਦੀ ਕਿਸਮ, ਮਾਲ ਦਾ ਵੇਰਵਾ, ਅੰਕ ਅਤੇ ਨੰਬਰ, ਕੰਟੇਨਰ ਨੰਬਰ ਜਾਂ ਸੀਲ ਨੰਬਰ। ਕਿਰਪਾ ਕਰਕੇ ਇੱਥੇ ਦਾਖਲ ਕਰੋ। ਪੂਰੇ ਵੇਰਵੇ ਚਲਾਨ ਅਤੇ ਪੈਕਿੰਗ ਸੂਚੀ ਵਿੱਚ ਦਿੱਤੇ ਗਏ ਹਨ। ਕਿਰਪਾ ਕਰਕੇ ਯਕੀਨੀ ਬਣਾਓ ਕਿ ਵੇਰਵਿਆਂ ਵਿੱਚ ਸ਼ਾਮਲ ਹਨ ਪੈਕੇਜਾਂ ਦੀ ਕਿਸਮ, ਮਾਲ ਦਾ ਵੇਰਵਾ, ਕੰਟੇਨਰ ਨੰਬਰ, ਸੀਲ ਨੰਬਰ ਅਤੇ ਨਿਸ਼ਾਨ ਆਦਿ। ਪੈਕੇਜਾਂ ਅਤੇ ਵਸਤਾਂ ਦੀਆਂ ਕਿਸਮਾਂ ਪੈਕੇਜਾਂ ਅਤੇ ਵਸਤਾਂ ਦਾ ਵੇਰਵਾ ਦੇ ਤਹਿਤ ਵਰਣਨ ਕੀਤੀਆਂ ਗਈਆਂ ਹਨ। ਕਿਰਪਾ ਕਰਕੇ ਨੋਟ ਕਰੋ ਕਿ ਇੱਥੇ ਦਰਸਾਏ ਗਏ ਸਾਰੇ ਵੇਰਵਿਆਂ ਦਾ ਨਿਰਯਾਤ ਲਈ ਕਸਟਮ ਘੋਸ਼ਣਾ ਵਿੱਚ ਜ਼ਿਕਰ ਕੀਤੇ ਸਮਾਨ ਹੋਣਾ ਚਾਹੀਦਾ ਹੈ। ਕਸਟਮ ਘੋਸ਼ਣਾ ਦਾ ਹਵਾਲਾ ਜਿਵੇਂ ਕਿ ਨੰਬਰ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇੱਥੇ ਕਿਸੇ ਹੋਰ ਵਿਧਾਨਿਕ ਘੋਸ਼ਣਾ ਦਾ ਹਵਾਲਾ ਵੀ ਦਿੱਤਾ ਜਾ ਸਕਦਾ ਹੈ। ਭਾਰ, ਮਾਲ ਦੇ ਕੁੱਲ ਵਜ਼ਨ ਬਾਰੇ ਜਾਣਕਾਰੀ ਇੱਥੇ ਦਰਜ ਕਰਨ ਦੀ ਲੋੜ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਇਹ ਵੇਰਵੇ ਇਨਵੌਇਸ, ਪੈਕਿੰਗ ਸੂਚੀ, ਕਸਟਮ ਘੋਸ਼ਣਾ ਅਤੇ ਕਿਸੇ ਵੀ ਕੈਰੀਅਰ ਸਰਵੇਖਣ ਰਿਪੋਰਟ ਵਿੱਚ ਦਿਖਾਏ ਗਏ ਵੇਰਵੇ ਨਾਲ ਮੇਲ ਖਾਂਦੇ ਹਨ। ਮਾਪ, ਵਸਤੂਆਂ ਦੇ ਮਾਪ ਬਾਰੇ ਜਾਣਕਾਰੀ ਇੱਥੇ ਦਰਜ ਕਰਨ ਦੀ ਲੋੜ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਇਹ ਵੇਰਵੇ ਇਨਵੌਇਸ, ਪੈਕਿੰਗ ਸੂਚੀ, ਕਸਟਮ ਘੋਸ਼ਣਾ ਅਤੇ ਕਿਸੇ ਵੀ ਕੈਰੀਅਰ ਸਰਵੇਖਣ ਰਿਪੋਰਟ ਵਿੱਚ ਦਿਖਾਏ ਗਏ ਵੇਰਵੇ ਨਾਲ ਮੇਲ ਖਾਂਦੇ ਹੋਣ। ਭਾੜਾ ਅਤੇ ਖਰਚੇ, ਇਹ ਜਾਣਕਾਰੀ ਸ਼ਿਪਿੰਗ ਲਾਈਨ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਕਿਉਂਕਿ ਇਸ ਦਾ ਬੁਕਿੰਗ ਆਰਡਰ ਤੇ ਜ਼ਿਕਰ ਕੀਤਾ ਗਿਆ ਹੈ। ਕਿਰਪਾ ਕਰਕੇ ਇੱਥੇ ਭਾੜੇ ਅਤੇ ਖਰਚਿਆਂ ਦੇ ਵੇਰਵੇ ਦਰਜ ਕਰੋ। ਇੱਥੇ ਵੱਖ-ਵੱਖ ਅਭਿਆਸਾਂ ਦਾ ਪਾਲਣ ਕੀਤਾ ਜਾਣਾ ਹੈ। ਕੁਝ ਦੇਸ਼ ਇੱਥੇ ਸਾਰੇ ਖਰਚਿਆਂ ਦਾ ਜ਼ਿਕਰ ਕਰਨਾ ਲਾਜ਼ਮੀ ਬਣਾਉਂਦੇ ਹਨ। ਕਈ ਵਾਰ ਫਾਰਵਰਡਰ ਅਤੇ ਕੈਰੀਅਰ ਫਰੇਟ ਨੂੰ ਵਿਵਸਥਿਤ ਕੀਤੇ ਅਨੁਸਾਰ ਦੱਸਣਾ ਪਸੰਦ ਕਰਦੇ ਹਨ। ਕਿਰਪਾ ਕਰਕੇ ਇੱਥੇ ਦਾਖਲ ਕਰਨ ਤੋਂ ਪਹਿਲਾਂ ਖਾਸ ਲੋੜਾਂ ਦੀ ਜਾਂਚ ਕਰੋ। ਦਰ,
ਜਦੋਂ ਤੁਸੀਂ ਆਰਡਰ ਬੁੱਕ ਕਰਦੇ ਹੋ ਅਤੇ ਬੁਕਿੰਗ ਆਰਡਰ ਵਿੱਚ ਉਪਲਬਧ ਹੁੰਦੇ ਹੋ ਤਾਂ ਦਰ ਬਾਰੇ ਜਾਣਕਾਰੀ ਸ਼ਿਪਿੰਗ ਲਾਈਨ ਦੁਆਰਾ ਸਵੈ ਤਿਆਰ ਹੁੰਦੀ ਹੈ। ਕਿਰਪਾ ਕਰਕੇ ਇੱਥੇ ਦਰਾਂ ਦਾ ਮੁੱਲ ਦਰਜ ਕਰੋ। ਇੱਥੇ ਵੱਖ-ਵੱਖ ਅਭਿਆਸਾਂ ਦਾ ਪਾਲਣ ਕੀਤਾ ਜਾਂਦਾ ਹੈ। ਕੁਝ ਦੇਸ਼ ਇਸ ਸਾਰੇ ਖਰਚਿਆਂ ਦਾ ਜ਼ਿਕਰ ਕਰਨਾ ਲਾਜ਼ਮੀ ਬਣਾਉਂਦੇ ਹਨ। ਕਈ ਵਾਰ ਫਾਰਵਰਡਰ ਅਤੇ ਕੈਰੀਅਰ ਫਰੇਟ ਨੂੰ ਵਿਵਸਥਿਤ ਕੀਤੇ ਅਨੁਸਾਰ ਦੱਸਣਾ ਪਸੰਦ ਕਰਦੇ ਹਨ। ਸੇਮ ਹੀਅਰ ਦਾਖਲ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਖਾਸ ਲੋੜਾਂ ਦੀ ਜਾਂਚ ਕਰੋ। ਯੂਨਿਟ। ਜਦੋਂ ਤੁਸੀਂ ਆਰਡਰ ਬੁੱਕ ਕਰਦੇ ਹੋ ਅਤੇ ਬੁਕਿੰਗ ਆਰਡਰ ਵਿੱਚ ਉਪਲਬਧ ਹੁੰਦਾ ਹੈ ਤਾਂ ਯੂਨਿਟ ਬਾਰੇ ਜਾਣਕਾਰੀ ਸ਼ਿਪਿੰਗ ਲਾਈਨ ਦੁਆਰਾ ਸਵੈ ਤਿਆਰ ਹੁੰਦੀ ਹੈ। ਕਿਰਪਾ ਕਰਕੇ ਇੱਥੇ ਇਕਾਈਆਂ ਦਾ ਮੁੱਲ ਦਰਜ ਕਰੋ। ਮੁਦਰਾ। ਜਦੋਂ ਤੁਸੀਂ ਆਰਡਰ ਬੁੱਕ ਕਰਦੇ ਹੋ ਅਤੇ ਬੁਕਿੰਗ ਆਰਡਰ ਵਿੱਚ ਉਪਲਬਧ ਹੁੰਦੇ ਹੋ ਤਾਂ ਮੁਦਰਾ ਬਾਰੇ ਜਾਣਕਾਰੀ ਸ਼ਿਪਿੰਗ ਲਾਈਨ ਦੁਆਰਾ ਸਵੈ ਤਿਆਰ ਹੁੰਦੀ ਹੈ। ਕਿਰਪਾ ਕਰਕੇ ਇੱਥੇ ਮੁਦਰਾ ਦੀ ਕਿਸਮ ਜਿਵੇਂ ਕਿ ਰੁਪਏ, ਡਾਲਰ ਆਦਿ ਦਰਜ ਕਰੋ। ਕਿਰਪਾ ਕਰਕੇ ਇੱਥੇ ਵੇਰਵੇ ਭਰਨ ਤੋਂ ਪਹਿਲਾਂ ਦੇਸ਼ ਦੇ ਨਿਯਮਾਂ ਦੀ ਪੁਸ਼ਟੀ ਕਰੋ। ਪ੍ਰੀਪੇਡ ਅਤੇ ਇਕੱਠਾ ਕਰੋ। ਸਾਨੂੰ ਪ੍ਰੀਪੇਡ ਅਤੇ ਇਕੱਠਾ ਕਰਨ ਲਈ ਵਿਕਲਪ ਚੁਣਨ ਦੀ ਲੋੜ ਹੈ। ਉਸ ਅਨੁਸਾਰ ਸ਼ਿਪਿੰਗ ਲਾਈਨ ਦੁਆਰਾ ਭੁਗਤਾਨ ਤੇ ਵਿਚਾਰ ਕਰਕੇ ਅੱਗੇ ਵਧਿਆ ਜਾਵੇਗਾ। ਨੋਟ: ਪ੍ਰੀਪੇਡ ਦਾ ਮਤਲਬ ਹੈ ਕਿ ਮਾਲ ਢੁਆਈ ਅਤੇ ਹੋਰ ਖਰਚੇ ਮੂਲ ਤੇ ਅਦਾ ਕੀਤੇ ਜਾਣਗੇ ਅਤੇ ਕਲੈਕਟ ਦਾ ਮਤਲਬ ਹੈ ਕਿ ਭਾੜੇ ਅਤੇ ਹੋਰਾਂ ਦਾ ਭੁਗਤਾਨ ਮੰਜ਼ਿਲ ਤੇ ਕੀਤਾ ਜਾਵੇਗਾ। ਜਦੋਂ ਤੁਸੀਂ ਆਰਡਰ ਬੁੱਕ ਕਰਦੇ ਹੋ ਅਤੇ ਬੁਕਿੰਗ ਆਰਡਰ ਵਿੱਚ ਉਪਲਬਧ ਹੁੰਦੇ ਹੋ ਤਾਂ ਇਹ ਜਾਣਕਾਰੀ ਸ਼ਿਪਿੰਗ ਲਾਈਨ ਦੁਆਰਾ ਸਵੈ ਤਿਆਰ ਹੁੰਦੀ ਹੈ। ਕੈਰੀਅਰ ਦੀ ਰਸੀਦ। ਕੈਰੀਅਰ ਦੁਆਰਾ ਪ੍ਰਾਪਤ ਕੰਟੇਨਰ ਜਾਂ ਪੈਕੇਜਾਂ ਦੀ ਕੁੱਲ ਸੰਖਿਆ। ਕੈਰੀਅਰ ਦੀ ਰਸੀਦ ਵਿੱਚ ਕੈਰੀਅਰ ਦੁਆਰਾ ਲੋੜੀਂਦੇ ਕੰਟੇਨਰਾਂ ਜਾਂ ਪੈਕੇਜਾਂ ਦੀ ਕੁੱਲ ਸੰਖਿਆ ਸ਼ਾਮਲ ਹੁੰਦੀ ਹੈ। ਪੈਕਿੰਗ ਸੂਚੀ ਅਤੇ ਚਲਾਨ ਤੁਹਾਨੂੰ ਇਸ ਬਾਰੇ ਸੂਚਿਤ ਕਰਦਾ ਹੈ। ਕਿਰਪਾ ਕਰਕੇ ਇੱਥੇ ਕੈਰੀਅਰ ਦੀ ਰਸੀਦ ਨੰਬਰ ਅਤੇ ਪ੍ਰਾਪਤ ਹੋਏ ਕੁੱਲ ਪੈਕੇਜ ਲਿਖੋ। BL ਜਾਰੀ ਕਰਨ ਦਾ ਸਥਾਨ। BL ਜਾਰੀ ਕਰਨ ਦੇ ਸਥਾਨ ਦੇ ਵੇਰਵੇ ਬੁਕਿੰਗ ਆਰਡਰ ਵਿੱਚ ਦਿੱਤੇ ਗਏ ਹਨ। ਕਿਰਪਾ ਕਰਕੇ ਇੱਥੇ BL ਦੇ ਮੁੱਦੇ ਦੇ ਸਥਾਨ ਦਾ ਜ਼ਿਕਰ ਕਰੋ। ਮੂਲ BL ਦੀ ਸੰਖਿਆ ਅਤੇ ਕ੍ਰਮ। ਇਹ ਜਾਣਕਾਰੀ ਸ਼ਿਪਿੰਗ ਲਾਈਨ ਦੁਆਰਾ ਸਵੈ ਤਿਆਰ ਕੀਤੀ ਜਾਂਦੀ ਹੈ। ਜੇਕਰ ਮੈਨੂਅਲ ਨੰਬਰ ਲੈਣਾ ਹੈ ਅਤੇ ਟਾਈਪ ਕਰਨਾ ਹੈ ਤਾਂ ਕਿਰਪਾ ਕਰਕੇ ਕੈਰੀਅਰ ਨੂੰ ਪੁੱਛੋ। BL ਜਾਰੀ ਕਰਨ ਦੀ ਮਿਤੀ। ਜਾਰੀ ਕਰਨ ਦੀ ਮਿਤੀ ਆਮ ਤੌਰ ਤੇ ਸ਼ਿਪ ਔਨ ਬੋਰਡ ਦੀ ਮਿਤੀ ਹੁੰਦੀ ਹੈ, ਜਦੋਂ ਤੱਕ ਕਿ ਕੈਰੀਅਰ ਕੋਲ ਆਟੋ ਡੇਟਿੰਗ ਸਿਸਟਮ ਨਾ ਹੋਵੇ। ਬੋਰਡ ਦੀ ਮਿਤੀ। ਸਥਾਨਕ ਸਮਾਂ ਤੇ ਭੇਜਿਆ ਗਿਆ। ਕਿਰਪਾ ਕਰਕੇ ਇੱਥੇ ਸਥਾਨ ਜਾਰੀ ਕਰਨ ਦੀ ਮਿਤੀ ਅਤੇ ਬੋਰਡ ਮਿਤੀ ਦੇ ਭੇਜੇ ਜਾਣ ਦੀ ਮਿਤੀ ਦਰਜ ਕਰੋ। ਘੋਸ਼ਿਤ ਮੁੱਲ। ਇਸ ਦਾ ਜ਼ਿਕਰ ਇਨਵੌਇਸ ਅਤੇ ਪੈਕਿੰਗ ਸੂਚੀ ਵਿੱਚ ਕੀਤਾ ਗਿਆ ਹੈ। ਕਿਰਪਾ ਕਰਕੇ ਇਨਵੌਇਸ ਅਤੇ ਪੈਕਿੰਗ ਸੂਚੀ ਤੋਂ ਘੋਸ਼ਿਤ ਮੁੱਲ ਇੱਥੇ ਦਾਖਲ ਕਰੋ। ਕਿਰਪਾ ਕਰਕੇ ਸਥਾਨਕ ਅਭਿਆਸਾਂ ਅਤੇ ਨਿਯਮਾਂ ਦੀ ਜਾਂਚ ਕਰੋ। ਬਹੁਤ ਸਾਰੇ ਦੇਸ਼ਾਂ ਵਿੱਚ ਇਹ ਕਾਲਮ ਖਾਲੀ ਛੱਡ ਦਿੱਤਾ ਗਿਆ ਹੈ। ਬਿੱਲ ਵਿੱਚ ਸਪੈਲਿੰਗ ਜਾਂ ਤੱਥਾਂ ਦੀ ਗਲਤੀ ਨੂੰ ਯਕੀਨੀ ਬਣਾਉਣ ਲਈ ਬਹੁਤ ਸਾਵਧਾਨੀ ਵਰਤਣੀ ਜ਼ਰੂਰੀ ਹੈ। ਇਹ ਬਿੱਲ ਸ਼ਿਪਮੈਂਟ ਅਤੇ ਸ਼ਿਪਮੈਂਟ ਰਸੀਦ ਦੇ ਸਬੂਤ ਵਜੋਂ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਯਕੀਨੀ ਬਣਾਓ ਕਿ ਤੁਸੀਂ ਫਾਰਮ ਨੂੰ ਧਿਆਨ ਨਾਲ ਭਰਿਆ ਹੈ। ਪੂਰੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਬਿੱਲ ਆਫ ਲੀਡਿੰਗ ਨੂੰ ਪੜ੍ਹੋ ਅਤੇ ਫਿਰ ਹੀ ਇਸ ਨੂੰ ਆਪਣੀ ਸ਼ਿਪਿੰਗ ਲਾਈਨ ਨਾਲ ਸਾਂਝਾ ਕਰੋ, ਜੋ ਤੁਹਾਡੇ ਡਰਾਫਟ ਵਿੱਚੋਂ ਲੰਘੇਗੀ ਅਤੇ ਤੁਹਾਨੂੰ ਕਿਸੇ ਵੀ ਤਰੁੱਟੀ ਨੂੰ ਠੀਕ ਕਰਨ ਜਾਂ ਤੁਹਾਡੇ ਦੁਆਰਾ ਲੋੜ ਪੈਣ ਤੇ ਕੁਝ ਨਵਾਂ ਜੋੜਨ ਤੇ ਸੀਮਤ ਮੌਕਿਆਂ ਦੀ ਆਗਿਆ ਦੇਵੇਗੀ। ਫਿਰ ਅਧਿਕਾਰਤ ਏਜੰਟ ਨੂੰ ਬਿੱਲ ਆਫ ਲੀਡਿੰਗ ਤੇ ਦਸਤਖਤ ਕਰਨੇ ਪੈਂਦੇ ਹਨ। ਬਿੱਲ ਆਫ ਲੀਡਿੰਗ ਦੀ ਵਰਤੋਂ ਖਾਸ ਉਦੇਸ਼ਾਂ ਲਈ ਕੀਤੀ ਜਾਂਦੀ ਹੈ, ਜਿਵੇਂ ਕਿ ਕਰਾਰਨਾਮਾ ਸਥਾਪਿਤ ਕਰਨ ਲਈ ਜਾਂ ਰਸੀਦ ਦੇ ਸਬੂਤ ਵਜੋਂ। ਬਿੱਲ ਆਫ ਲੀਡਿੰਗ ਸਮਝੌਤਾਯੋਗ ਜਾਂ ਗੈਰ ਸਮਝੌਤਾਯੋਗ ਹੋ ਸਕਦਾ ਹੈ। ਜੇਕਰ ਇਹ ਸਮਝੌਤਾਯੋਗ ਹੈ ਤਾਂ ਇਸ ਨੂੰ ਕ੍ਰੈਡਿਟ ਲੈਣ ਦੇਣ ਦਾ ਕ੍ਰੈਡਿਟ ਦੇ ਪਾਤਰਾਂ ਲਈ ਵਰਤਿਆ ਜਾ ਸਕਦਾ ਹੈ। ਇੱਕ ਕੈਰੀਅਰ ਦੁਆਰਾ ਜਾਰੀ ਕੀਤਾ ਗਿਆ ਬਿੱਲ ਆਫ ਲੀਡਿੰਗ ਇੱਕ ਮਾਸਟਰ ਬਿੱਲ ਆਫ ਲੀਡਿੰਗ ਹੈ। ਜੇਕਰ ਇਹ ਅਸਲ ਸ਼ਿਪਰ ਨੂੰ ਜਾਰੀ ਕੀਤਾ ਜਾਂਦਾ ਹੈ ਤਾਂ ਇਹ ਆਮ ਤੌਰ ਤੇ ਅਸਲ ਕੰਸਾਈਨ ਜਾਂ ਉਸਦੇ ਏਜੰਟ ਨੂੰ ਪੂਰਤੀਕਰਤਾ ਵਜੋਂ ਦਿਖਾਏਗਾ। ਜੇਕਰ ਇਹ ਕਿਸੇ ਫਾਰਵਰਡਰ ਨੂੰ ਜਾਰੀ ਕੀਤਾ ਜਾਂਦਾ ਹੈ ਤਾਂ ਇਹ ਅੱਗੇ ਭੇਜਣ ਵਾਲਿਆਂ ਨੂੰ ਸ਼ਿਪਰ ਅਤੇ ਫਾਰਵਰਡਰ ਏਜੰਟ ਜਾਂ ਦਫ਼ਤਰ ਮੰਜ਼ਿਲ ਤੇ ਸੂਚੀਬੱਧ ਕਰੇਗਾ। ਭੇਜਣ ਵਾਲਾ ਅਜਿਹੇ ਮਾਮਲਿਆਂ ਵਿੱਚ ਫਾਰਵਰਡਰ ਅਸਲ ਮਾਲ ਭੇਜਣ ਵਾਲੇ ਨੂੰ ਅਸਲ ਸ਼ਿਪਰ ਨੂੰ ਆਪਣਾ ਖੁਦ ਦਾ ਬਿੱਲ ਆਫ ਲੀਡਿੰਗ ਜਾਰੀ ਕਰੇਗਾ। ਅਜਿਹੇ ਬਿੱਲ ਆਫ ਲੀਡਿੰਗ ਨੂੰ ਹਾਊਸ ਬਿੱਲ ਆਫ ਲੀਡਿੰਗ ਕਿਹਾ ਜਾਂਦਾ ਹੈ। ਇਹ ਪੇਸ਼ਕਾਰੀ JBS ਅਕੈਡਮੀ ਦੁਆਰਾ ਤਿਆਰ ਕੀਤਾ ਗਿਆ ਇੱਕ ਟਿਊਟੋਰੀਅਲ ਹੈ ਜੋ ਉਪਭੋਗਤਾਵਾਂ ਨੂੰ ਬਿੱਲ ਆਫ ਲੀਡਿੰਗ ਤਿਆਰ ਕਰਨ ਦੀਆਂ ਬਾਰੀਕੀਆਂ ਸਿੱਖਣ ਵਿੱਚ ਮਦਦ ਕਰਦਾ ਹੈ। ਇਹ ਆਮ ਦਿਸ਼ਾ ਨਿਰਦੇਸ਼ ਹਨ ਅਤੇ ਵਿਸ਼ੇਸ਼ ਵੇਰਵੇ ਭੂਗੋਲਿਕ ਜਾਂ ਕਾਨੂੰਨੀ ਲੋੜਾਂ ਦੇ ਕਾਰਨ ਵੱਖ-ਵੱਖ ਹੋ ਸਕਦੇ ਹਨ।
For detailed learning of all logistics subjects, visit www.logiveda.com.